ਉਹਨਾਂ ਦੇ ਜਿਹੜਾ ਇੱਕ ਹੋਰ ਮਸਲਾ ਆ ਰਿਹਾ ਹੈ, ਲੋਕ ਕਾਫੀ ਡਿਪਰੈਸ਼ਨ ਦੇ ਵਿੱਚ, ਐਂਗਜ਼ਾਇਟੀ ਦੇ ਵਿੱਚ ਔਰ ਮੈਂਟਲ ਹੈਲਥ ਦਾ ਇਸ਼ੂ ਜਿਹੜਾ ਬਹੁਤ ਉਤਪੰਨ ਹੋ ਰਿਹਾ। ਉਹਦਾ ਕਾਰਨ ਇਹ ਆ ਵੀ ਜਦੋਂ ਹੁਣ ਕਿਸੇ ਦੀ ਡੈਥ ਹੋ ਜਾਂਦੀ ਆ ਜੀ, ਉਹਦੇ ਫਿਊਨਰਲ ਤੇ ਪਰਿਵਾਰ ਦੇ ਮੈਂਬਰ ਨਹੀਂ ਜਾ ਸਕਦੇ, ਉੱਥੇ ਸਿਰਫ 10 ਮੈਂਬਰ ਅਲਾਓ ਨੇ। ਹੁਣ ਕੋਈ ਐਸੀ ਫੈਮਿਲੀ ਨਹੀਂ ਆਪਣੀ ਹੈਗੀ ਜਿਹਦੀ ਫੈਮਿਲੀ ਦੇ 10 ਹੀ ਮੈਂਬਰ ਆ। ਕੋਵਿਡ ਮਹਾਮਾਰੀ ਦੇ ਚੱਲਦਿਆਂ ਪਿਛਲੇ ਕਈ ਮਹੀਨਿਆਂ ਤੋਂ ਧਾਰਮਿਕ ਸਥਾਨਾਂ ਤੇ ਅਖੰਡ ਪਾਠ ਆਦਿ ਇਨ ਪਰਸਨ ਰਸਮਾਂ ਜਾਂ ਵੱਡੇ ਇਕੱਠਾਂ ਤੇ ਸਿਹਤ ਅਧਿਕਾਰੀਆਂ ਵੱਲੋਂ ਸੰਪੂਰਨ ਪਾਬੰਦੀ ਲਾਈ ਹੋਈ ਹੈ, ਪਰ ਬਹੁਤ ਹੀ ਜ਼ਰੂਰੀ ਖੁਸ਼ੀ ਜਾਂ ਗਮੀ ਸਮੇਂ ਜੋ ਰਸਮਾਂ ਧਾਰਮਿਕ ਮਰਿਆਦਾ ਤਹਿਤ ਹੁੰਦੀਆਂ ਹਨ ਉਸ ਲਈ 8 ਜਣਿਆਂ ਦੀ ਖੋਲ੍ਹ ਦਿੱਤੀ ਹੋਈ ਹੈ, ਜਿਸ ਤਹਿਤ ਕੋਈ ਵੀ ਵੱਡਾ ਪਰਿਵਾਰ ਕਿਸੇ ਵੀ ਇੱਕ ਰਸਮ ਨੂੰ ਪੂਰਾ ਅਟੈਂਡ ਨਹੀਂ ਕਰ ਸਕਦਾ। ਇਸੇ ਕਰਕੇ ਗੁਰਦੁਆਰਾ ਦੁੱਖ ਨਿਵਾਰਨ ਤੋਂ ਗਿਆਨੀ ਨਰਿੰਦਰ ਸਿੰਘ ਅਨਸਾਰ ਉਹ ਸੁਰੱਖਿਆ ਨਿਯਮਾਂ ਦੇ ਪਾਲਣਾ ਅਧੀਨ ਹੀ ਕੁਝ ਛੋਟਾਂ ਦੀ ਮੰਗ ਕਰ ਰਹੇ ਹਨ। ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਸਿਰਫ 8 ਬੰਦੇ ਅਲਾਓ ਆ, ਤੇ 8 ਬੰਦੇ ਜੇ ਫੈਮਿਲੀ ਮੈਂਬਰ ਉਹਦੇ ਅੰਤਮ ਦਰਸ਼ਨ ਨਹੀਂ ਕਰ ਸਕਦੇ, ਕਿਉਂਕਿ ਹਸਪੀਟਲ ਦੇ ਵਿੱਚ ਤੁਸੀਂ ਦੇਖੋ ਡੈਥ ਹੁੰਦੀ ਹੈ, ਉੱਥੇ ਨਹੀਂ ਕਿਸੇ ਨੂੰ ਜਾਣ ਦਿੰਦੇ, ਫਿਊਨਰਲ ਹੋਮ 'ਚ ਕਿਸੇ ਨੂੰ ਨਹੀਂ ਜਾਣ ਦਿੰਦੇ, ਅਰਦਾਸ ਵਿੱਚ ਨਹੀਂ ਸ਼ਾਮਲ ਹੋ ਸਕਦੇ। ਜਿਹੜੇ ਬੰਦਿਆਂ ਦੇ ਵਿੱਚੋਂ ਫੈਮਿਲੀ ਮੈਂਬਰ ਚਲੇ ਗਏ ਆ ਉਹਨਾਂ ਨੂੰ ਇਸ ਚੀਜ਼ ਦਾ ਪਤਾ ਵਾ ਵੀ ਉਸ ਕਿੱਡਾ ਵੱਡਾ ਸਦਮਾ ਹੁੰਦਾ ਵਾ ਵੀ ਤੁਸੀਂ ਉਹਦੇ ਅੰਤਮ ਦਰਸ਼ਨ ਨਹੀਂ ਕਰ ਸਕਦੇ, ਉਹਦੀ ਅੰਤਮ ਅਰਦਾਸ ਵਿੱਚ ਸ਼ਾਮਲ ਨਹੀਂ ਹੋ ਸਕਦੇ। ਜਦੋਂ ਕਿ 7-7 8-8 ਹਜ਼ਾਰ ਸਕੁਅਰ ਫੁੱਟ ਹਾਲ ਨੇ ਸਾਡੇ ਕੋਲ, ਉਹਦੇ ਵਿੱਚ ਜੇ 50 ਬੰਦੇ ਬਹਿੰਦੇ ਆ ਅਸੀਂ ਬੜੀ ਆਸਾਨੀ ਦੇ ਨਾਲ ਸੋਸ਼ਲ ਡਿਸਟੈਂਸ ਰੱਖ ਕੇ, ਪ੍ਰੀਕਾਸ਼ਨ ਰੱਖ ਕੇ ਉਹਨੂੰ ਮੇਨਟੇਨ ਕਰ ਸਕਦੇ ਹਾਂ। ਇਸ ਲਈ ਉਹਨਾਂ ਨੇ ਇੱਕ ਪੱਤਰ ਸਿਹਤ ਮੰਤਰੀ ਏਡੀਅਨ ਡਿਕਸ ਨੂੰ ਵੀ ਭੇਜਿਆ ਹੈ। ਅੱਜ BC ਦੇ ਚੀਫ ਹੈਲਥ ਆਫੀਸਰ ਨੇ ਇਸ ਮਾਮਲੇ ਦੇ ਜਵਾਬ ਦਿੰਦੇ ਕਿਹਾ ਕਿ ਉਹ ਭਲੀ ਭਾਂਤ ਜਾਣਦੇ ਹਨ ਕਿ ਲੋਕਾਂ ਨੂੰ ਆਪਣੇ ਪਿਆਰਿਆਂ ਦੀਆਂ ਅੰਤਮ ਰਸਮਾਂ ਆਦਿ ਕਰਨ ਸਮੇਂ ਮੁਸ਼ਕਲ ਆ ਰਹੀ ਹੈ, ਪਰ ਇਹ ਸਭ ਦੀ ਸਿਹਤ ਦੇ ਮੱਦੇਨਜ਼ਰ ਹੈਲਥ ਐਮਰਜੈਂਸੀ ਦੇ ਤਹਿਤ ਕੀਤਾ ਜਾ ਰਿਹਾ ਹੈ, ਜੋ ਮੌਜੂਦਾ ਹਾਲਾਤ ਵਿੱਚ ਬਹੁਤ ਜ਼ਰੂਰੀ ਹੈ ਅਤੇ ਅਜੇ ਉਕਤ ਇਕੱਠਾਂ ਵਿੱਚ ਵਾਧਾ ਨਹੀਂ ਕੀਤਾ ਜਾ ਸਕਦਾ। ਤੇ ਗਰੋਸਰੀ ਸਟੋਰ ਨੇ, ਜਿਹੜੇ ਰੈਸਟੋਰੈਂਟ ਆ, ਉਹਨਾਂ ਦੇ ਵਿੱਚ ਇੰਨਾ ਰਸ਼ ਪਿਆ ਹੋਇਆ, ਉੱਥੇ ਲੋਕ ਜਾ ਰਹੇ ਨੇ। ਜੇ ਉਹ ਸਾਡੀ ਇਕੋਨਮੀ ਲਈ ਜ਼ਰੂਰੀ ਆ ਤੇ ਜਿਹੜਾ ਮੈਂਟਲ ਹੈਲਥ ਦਾ ਇਸ਼ੂ ਆ ਜਾਂ ਐਂਗਜ਼ਾਇਟੀ ਦਾ ਇਸ਼ੂ ਆ, ਉਹ ਤਾਂ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਵਾ। ਸੋ ਇਹਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਬੇਨਤੀ ਕੀਤੀ ਆ। ਅਸੀਂ ਕੋਈ ਲਾ ਬ੍ਰੇਕ ਨਹੀਂ ਕਰਦੇ, ਨਾ ਅਸੀਂ ਕਰਨਾ, ਪਰ ਅਸੀਂ ਮਿਨਿਸਟਰ ਨੂੰ ਇੱਕ ਬੇਨਤੀ ਪੱਤਰ ਲਿਖਿਆ, ਇੱਕ ਉਹਨਾਂ ਨੂੰ ਰਿਕੁਐਸਟ ਕੀਤੀ ਆ ਵੀ ਐਟ ਲੀਸਟ ਜਿਹੜਾ ਫਿਊਨਰਲ ਆ ਉਹਦੇ ਤੇ ਘੱਟੋ ਘੱਟ 50 ਬੰਦੇ allow ਕੀਤੇ ਜਾਣ। And we have seen heroic examples of that from different faith communities across this province, whether it's Sikh or Hindu or Muslim or Catholic or indigenous ceremony. We need to find ways to do ceremonies that are so important to us as a community safely for a little bit longer. We will be there again, and we will need to find ways to make up for the loss of those important ceremonies in our lives for the last year. We have to ask people in every community, especially in people of faith, and people such as you mentioned, the Sikh faith, are one of those groups. We have to be with one another right now in solidarity, remain apart as much as possible right now and consistent with the rules and the guidance of public health. It is so important right now as we start to vaccinate people. 5% at this time, 1 in 20 of those eligible to be vaccinated, and making progress every day as we do this to stop the spread and make sure that we save lives. ਹੁਣ ਇਹੀ ਜਿਹੜੇ ਵੇਰੀਐਂਟ ਸਪਟੈਂਬਰ ਦੇ ਵਿੱਚ ਕੈਂਟ ਦੇ ਵਿੱਚ ਉੱਕਾ ਪੁੱਕਾ ਹੈਗੇ ਸੀ, ਜਿਨ੍ਹਾਂ ਨੇ ਸਪਟੈਂਬਰ ਤੋਂ ਵੱਧਦੇ ਦਸੰਬਰ ਦੇ ਵਿੱਚ ਲੰਡਨ ਦੇ ਵਿੱਚ 70% ਕੇਸਿਸ ਹੋ ਗਏ ਔਰ ਉਹਨਾਂ ਕੋਲ ਸੰਭਾਲ ਨਹੀਂ ਹੋਇਆ ਸੀ। ਇਹੀ ਇੱਕ ਵਜ੍ਹਾ ਹੈ ਵੀ ਵੈਕਸੀਨੇਸ਼ਨ ਦੇ ਵਿੱਚ ਵੀ ਚੇਂਜ ਕੀਤੀ ਵੀ ਇੱਕ ਡੋਜ਼ ਸਾਰਿਆਂ ਨੂੰ ਲਾ ਦਿੱਤਾ ਜਾਏ, ਦੂਜਾ ਡੋਜ਼ ਜਿਹੜਾ ਹੈਗਾ 4 ਮਹੀਨੇ ਤੱਕ ਵੇਟ ਕੀਤਾ ਜਾ ਸਕਦਾ। ਸੋ ਇਸ ਲਈ ਮੈਂ ਹਮਦਰਦੀ ਤੇ ਪ੍ਰਗਟ ਕਰਦਾ, ਮੈਂ ਉੱਥੇ ਉਹੀ ਸਮਾਜ 'ਚ ਰਹਿਣਾ, ਮੇਰਾ ਵੀ ਜੀਅ ਕਰਦਾ, ਲੇਕਿਨ ਇਹ ਜਿਹੜੇ ਟਾਈਮ ਹੈਗੇ ਆ ਇਹ ਮੇਰੇ ਖਿਆਲ ਨਾਲ ਜਦ ਤੱਕ ਵੈਕਸੀਨੇਸ਼ਨ ਇੱਕ ਡੋਜ਼ ਨਹੀਂ ਲੱਗ ਜਾਂਦਾ ਸਾਰਿਆਂ ਨੂੰ, ਮੈਨੂੰ ਨਹੀਂ ਲੱਗਦਾ ਵੀ ਇਹ ਰਿਸਟ੍ਰਿਕਸ਼ਨਸ ਲਿਫਟ ਹੋਣਗੇ ਔਰ ਸਾਨੂੰ ਇਹਦੇ ਉੱਤੇ ਕੰਪਲਾਈ ਕਰਨਾ ਚਾਹੀਦਾ। ਸਥਾਨਕ ਡਾਕਟਰ ਪ੍ਰਗਟ ਸਿੰਘ ਭੁਰਜੀ ਅਨੁਸਾਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ 1.5 ਸਾਲ ਤੋਂ ਲੋਕ ਮਹਾਮਾਰੀ ਨਾਲ ਜੂਝਦੇ ਥੱਕ ਚੁੱਕੇ ਹਨ, ਪਰ ਜੇ ਹੁਣ ਹਾਰ ਮੰਨ ਲਈ ਤਾਂ ਇਸ ਦੇ ਹੋਰ ਵੀ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ, ਕਿਉਂਕਿ ਬਜ਼ੁਰਗ ਜੇ ਧਾਰਮਿਕ ਸਥਾਨਾਂ ਆਤੇ ਜਾਂਦੇ ਹਨ ਤਾਂ ਵੇਰੀਐਂਟ ਟ੍ਰਾਂਸਮਿਸ਼ਨ ਆਦਿ ਖਤਰੇ ਵੱਧ ਸਕਦੇ ਹਨ। ਹੁਣ ਗੁਰਦੁਆਰੇ ਸਾਹਿਬ ਦੇ ਵਿੱਚ
ਕਈ ਵਾਰ ਐਲੀਵੇਟਰ ਯੂਜ਼ ਕਰਨੇ ਪੈਂਦੇ ਆ, ਉਹ ਸਪੇਸ ਬੜਾ ਕਰਾਊਡਡ ਹੈਗਾ ਹੈ ਨਾ। ਅਗਰ 2 ਵੀ ਬਜ਼ੁਰਗ ਹੋਣ ਤੇ ਉਹਨਾਂ ਦਾ ਜਿਹੜਾ ਡਿਸਟੈਂਸ ਨਹੀਂ ਮੇਨਟੇਨ ਹੋਏਗਾ। ਫਿਰ ਜਿਹੜਾ ਹੈਗਾ, ਮੈਂ ਮੰਨਦਾ ਵੀ ਜਗ੍ਹਾ ਬਹੁਤ ਵਿਸ਼ਾਲ ਹੈਗੀ ਆ, ਵੀ ਅਸੀਂ ਬਹੁਤ ਦੂਰ ਦੂਰ ਬਿਠਾ ਸਕਦੇ ਆ, ਲੇਕਿਨ ਤਾਂ ਵੀ ਅਗਰ ਉਹ ਉੱਥੇ ਏਰੀਏ 'ਚ ਵਾਇਰਸ, ਕਿਉਂਕਿ ਸਾਨੂੰ ਪਤਾ ਹੈ ਕੋਵਿਡ ਹੁਣ ਏਅਰਬੋਰਨ ਵੀ ਰਹਿ ਸਕਦਾ, ਉਹ 2-3 ਘੰਟੇ ਰਹਿ ਸਕਦਾ ਹਵਾ ਦੇ ਵਿੱਚ। ਵੈਂਟੀਲੇਸ਼ਨ ਸਿਸਟਮ ਕਿੱਦਾਂ, ਕਿਉਂਕਿ ਹੁਣ ਠੰਡ ਕਰਕੇ ਆਪਾਂ ਵਿੰਡੋਜ਼ ਵੀ ਤੇ ਖੋਲ੍ਹ ਨਹੀਂ ਸਕਦੇ, ਸੋ ਉਹੀ ਹਵਾ ਜਿਹੜੀ ਹੈਗੀ ਸਾਰਿਆਂ ਨੂੰ ਬਰੀਥ ਕਰਨੀ ਪੈ ਸਕਦੀ ਆ। ਜਿਹੜੇ ਮਾਸਕ ਹੈਗੇ ਆ, ਉਹਦੀ ਰਿਸਰਚ ਆਈ ਸੀ ਅਰਾਊਂਡ 30 ਤੋਂ 35% ਪ੍ਰੋਟੈਕਟ ਕਰਦੇ ਆ। ਸੋ ਇਸ ਲਈ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਰਿਸਕ ਜਿਹੜਾ ਹੁੰਦਾ, ਔਰ ਖਾਸ ਕਰਕੇ ਤੁਸੀਂ ਦੇਖੋ ਜਿਹੜੇ ਨਵੇਂ ਕੇਸਿਸ ਆ ਬਹੁਤ ਸਾਰੇ ਫਰੇਜ਼ਰ ਵੈਲੀ ਦੇ ਸਰੀ ਦੇ ਵਿੱਚ, ਜਿਹੜੇ ਜਿੱਥੇ ਸਾਡੀ ਸੰਘਣੀ ਵਸੋਂ ਆ, ਉੱਥੋਂ ਆ ਰਹੇ ਆ। ਮਾਹਰਾਂ ਅਨੁਸਾਰ ਧਾਰਮਿਕ ਸੰਸਥਾਵਾਂ ਵਿੱਚ ਇਕੱਠ ਆਦਿ ਵਿੱਚ ਵਾਇਰਸ ਟ੍ਰਾਂਸਮਿਸ਼ਨ ਵਧਣ ਉਪਰੰਤ ਹੀ ਇਹਨਾਂ ਇਕੱਠਾਂ ਤੇ ਪਾਬੰਦੀਆਂ ਲਾਈਆਂ ਗਈਆਂ ਹਨ, ਜੋ ਬਿਲਕੁਲ ਜਾਇਜ਼ ਹਨ। ਪਰ ਘਰਾਂ ਵਿੱਚ ਟਰੈਪ ਹੋਏ ਲੋਕ, ਜਿਨ੍ਹਾਂ ਦਾ ਕਿਸੇ ਨਾਲ ਕੋਈ ਤਾਲਮੇਲ ਜਾਂ ਗੱਲਬਾਤ ਆਦਿ ਨਹੀਂ ਹੋ ਰਹੀ, ਜਿਸ ਕਾਰਨ ਮਹਾਮਾਰੀ ਤੋਂ ਬਾਅਦ ਮੈਂਟਲ ਹੈਲਥ ਸੁਨਾਮੀ ਆਉਣ ਦਾ ਡਰ ਵੀ ਪ੍ਰਗਟਾਇਆ ਜਾ ਰਿਹਾ ਹੈ। We know that early on there was a lot of concern about mental health. We've had increased people phoning helplines, especially young people. We know that there's increased interpartner violence and violence against women that have been triggered through this process as well. But we also know that there are things that we can do that help diminish that, and that most people will recover in time if we have the right things in place. ਕਈ ਬਜ਼ੁਰਗ ਤੁਰ ਫਿਰ ਸਕਦੇ, ਕਈ ਨਹੀਂ ਤੁਰ ਫਿਰ ਸਕਦੇ। ਉਹ ਨਾਨ ਕਰਾਊਡਡ ਏਰੀਆ, ਕੋਈ ਟ੍ਰੇਲਸ ਜਾਂ ਪਾਰਕ ਆ, ਉਹਦੇ ਥੋੜਾ ਤੁਰਨ। ਜਿਹੜੇ ਸੂਰਜ ਦੀ ਰੋਸ਼ਨੀ ਆ, ਉਹ ਮੂਡ ਨੂੰ ਬਹੁਤ ਹੈਲਪ ਕਰਦੀ ਆ। 7 ਘੰਟੇ ਨੀਂਦ ਜਿਹੜੀ ਹੈਗੀ ਆ, ਉਹ ਬਹੁਤ ਬੈਨੀਫੀਸ਼ੀਅਲ ਹੈਗੀ ਆ। ਜਿਹੜਾ ਹੈਲਥ ਕੈਨੇਡਾ ਦਾ ਭੋਜਨ ਆ, ਜਿਹੜਾ ਫਾਰਮਾਂ 'ਚ ਖਾਸ ਕਰਕੇ ਉਗਦਾ ਖਾਣਾ, ਉਹ ਜ਼ਿਆਦਾ ਖਾਈਏ, ਔਰ ਆਪਣੀ ਭਾਵਨਾਵਾਂ ਜਿਹੜੀਆਂ ਹੈਗੀਆਂ ਓਪਨਲੀ ਡਿਸਕਲੋਜ਼ ਕਰੀਏ। ਇਹ ਜਿਹੜਾ ਹੈਗਾ ਔਖਾ ਟਾਈਮ, ਮੇਰੇ ਖਿਆਲ ਨਾਲ ਆਪਾਂ ਕੈਨੇਡਾ ਦੇ ਵਿੱਚ ਬਾਈ ਐਂਡ ਆਫ ਦਿਸ ਈਅਰ ਬਹੁਤ ਹੱਦ ਤੱਕ ਇਹਦੇ ਉੱਤੇ ਵਿਜੇ ਪਾ ਚੁੱਕਾਂਗੇ। ਕਾਬਲੇ-ਗੌਰ ਹੈ ਕਿ ਕੁਝ ਸਥਾਨਕ ਚਰਚਸ ਵੱਲੋਂ ਹੈਲਥ ਆਰਡਰ ਦੇ ਉਲਟ ਜਦ ਇਹ ਕਹਿ ਕੇ ਇਕੱਠ ਕੀਤੇ ਗਏ ਕਿ ਹੈਲਥ ਰੈਸਟ੍ਰਿਕਸ਼ਨ ਕੈਨੇਡੀਅਨ ਲੋਕਾਂ ਦੇ ਚਾਰਟਰ ਰਾਈਟਸ ਦੀ ਉਲੰਘਣਾ ਕਰਦਾ ਹੈ, ਤਾਂ ਉਕਤ ਲੋਕਾਂ ਨੂੰ ਵਾਇਲੇਸ਼ਨ ਟਿਕਟ ਵੀ ਦਿੱਤੀਆਂ ਗਈਆਂ ਸਨ, ਜਿਸ ਉਪਰੰਤ ਇਹ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਹੈ। ਜਦਕਿ ਡਾਕਟਰ ਹੈਨਰੀ ਅਨੁਸਾਰ ਹੈਲਥ ਆਰਡਰ ਬਿਲਕੁਲ ਕਾਨੂੰਨ ਆਧਾਰਿਤ ਹਨ, ਜਿਸ ਵਿੱਚ ਚਾਰਟਰ ਆਫ ਰਾਈਟਸ ਅਤੇ ਫਰੀडम ਵੀ ਸ਼ਾਮਲ ਹੈ। ਉਧਰ ਇਸ ਗੁਰਦੁਆਰੇ ਵੱਲੋਂ ਉਹ ਬਜ਼ੁਰਗ ਜੋ ਇੱਥੇ ਇਕੱਲੇ ਰਹਿੰਦੇ ਹਨ ਜਾਂ ਵੈਕਸੀਨ ਦੀ ਬੁਕਿੰਗ ਆਦਿ ਜਾਂ ਰਾਈਡ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਗੁਰਦੁਆਰੇ ਵੱਲੋਂ ਉਹਨਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਪ੍ਰਭਜੋਤ ਕਾਲੋਂ, ਓਮਨੀ ਨਿਊਜ਼, ਸਰੀ।